ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਵਾਹਿਗੁਰੂ ਜੀ। ਸਤਿਗੁਰਾਂ ਜੰਗ ਕੀਆ, ਸੂਬੇ ਸਾਰੇ ਹਾਰ ਗਏ। ਤੋਪਾਂ ਮਾਰ ਮਾਰ ਤੁਰਕ ਪਚੇ ਸਮੁਦਾਇਆ। ਮੈਦਾਨੀ ਬਹੁ ਜੰਗ ਥੀਆ, ਖਾਲਸੇ ਦੀ ਜੀਤ ਭਈ। ਤੁਰਕ ਕਿਆਮਤ ਕੇ ਦਿਨ ਸਿਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰਾਂ ਦਾ, ਕੁਰਬਾਨੀਆਂ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ। ਜਿਵੇਂ ਸਤਿਗੁਰੂ ਸਾਹਿਬ ਜੀ ਨੇ ਪੋਹ ਦੇ ਮਹੀਨੇ ਦੇ ਵਿੱਚ ਅੱਜ ਤੋਂ 316 ਸਾਲ ਪਹਿਲਾਂ, ਕਿਉਂਕਿ 2020 ਚੱਲ ਰਿਹਾ ਹੈ, ਸਤਿਗੁਰੂ ਸਾਹਿਬ ਜੀ ਨੇ 1704 ਈਸਵੀ ਸਨ ਨੂੰ ਅਨੰਦਪੁਰ ਸਾਹਿਬ ਛੱਡਿਆ। ਮਹਾਨ ਕੁਰਬਾਨੀਆਂ ਹੋਈਆਂ, ਸਿੰਘ ਸਿੰਘਣੀਆਂ ਦੀਆਂ ਸ਼ਹਾਦਤਾਂ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ। ਤੋਂ ਪਿਛਲੇ ਦਿਨਾਂ ਤੋਂ ਆਪਾਂ ਕਲਗੀਧਰ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਯਾਦ ਕਰ ਰਹੇ ਹਾਂ। ਜਿਵੇਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਜਿਵੇਂ 22 ਧਾਰ ਦੇ ਰਾਜਿਆਂ ਨੇ ਔਰ ਔਰੰਗਜ਼ੇਬ ਦੀ ਫੌਜ ਨੇ ਤੇ ਔਰੰਗਜ਼ੇਬ ਨੇ ਕਸਮਾਂ ਖਾਧੀਆਂ, ਇਹ ਇਤਿਹਾਸ ਆਪਾਂ ਅੱਜ ਵਿਚਾਰਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਸਤਿਗੁਰਾਂ ਜੰਗ ਕੀਆ, ਸੂਬੇ ਸਾਰੇ ਹਾਰ ਗਏ। ਤੋਪਾਂ ਮਾਰ ਮਾਰ ਤੁਰਕ ਪਚੇ ਸਮੁਦਾਇਆ। ਜਿੰਨੇ 22 ਧਾਰ ਦੇ ਰਾਜੇ ਅਤੇ ਇਹ ਸੂਬੇ ਵਜ਼ੀਰ ਖਾਂ ਆਦਿਕ, ਇਹਨਾਂ ਨੇ ਸਤਿਗੁਰਾਂ ਦੇ ਨਾਲ ਜੰਗ ਕੀਤਾ, ਤੋਪਾਂ ਚਲਾਈਆਂ, ਪਰ ਇਹ ਤੁਰਕ ਪਚ ਗਏ, ਹਾਰ ਗਏ। ਮੈਦਾਨੀ ਬਹੁ ਜੰਗ ਥੀਆ, ਖਾਲਸੇ ਦੀ ਜੀਤ ਭਈ। ਕਿਉਂਕਿ ਕਈ ਵਾਰੀ ਜੰਗ ਹੋਇਆ ਅਨੰਦਪੁਰ ਸਾਹਿਬ। ਜਿਵੇਂ 22 ਧਾਰ ਦੇ ਰਾਜਿਆਂ ਨਾਲ ਸਭ ਤੋਂ ਪਹਿਲਾਂ ਭੰਗਾਣੀ ਦਾ ਯੁੱਧ ਹੋਇਆ, ਦੂਸਰਾ ਨਦੌਣ ਦਾ ਯੁੱਧ ਹੋਇਆ, ਫਿਰ ਸਮੇਂ-ਸਮੇਂ ਨਾਲ ਹੋਰ ਵੀ ਅਨੰਦਪੁਰ ਸਾਹਿਬ ਯੁੱਧ ਹੋਏ। ਉਸ ਤੋਂ ਬਾਅਦ ਜਦੋਂ ਇਹ ਘੇਰਾ ਪਿਆ ਤੇ 8 ਮਹੀਨੇ ਤੱਕ ਇਹ ਘੇਰਾ ਪਾਇਆ ਰੱਖਿਆ ਇਹਨਾਂ ਨੇ। ਇਹਦੇ ਵਿੱਚ ਵੀ ਬਹੁਤ ਝੜਪਾਂ ਹੋਈਆਂ, ਜੰਗ ਯੁੱਧ ਹੋਇਆ, ਪਰ ਖਾਲਸੇ ਦੀ ਜਿੱਤ ਹੁੰਦੀ ਰਹੀ, ਅਕਾਲ ਪੁਰਖ ਦੀ ਫੌਜ ਦੀ ਜਿੱਤ ਹੁੰਦੀ ਰਹੀ। ਮੈਦਾਨੀ ਬਹੁ ਜੰਗ ਥੀਆ, ਖਾਲਸੇ ਦੀ ਜੀਤ ਭਈ। ਤੁਰਕ ਕਿਆਮਤ ਕੇ ਦਿਨ ਸਿਰ ਆਇਆ। ਤੁਰਕਾਂ ਦੇ ਉੱਤੇ ਕਿਆਮਤ ਦੇ ਦਿਨ ਆਉਂਦੇ ਰਹੇ, ਖੁਦਾ ਦੀ ਕਰੋਪੀ ਹੁੰਦੀ ਰਹੀ ਉਹਨਾਂ ਦੇ ਉੱਤੇ। 2.5 ਕੋਸ ਦੂਰ ਰਹਿ ਘੇਰਾਪੁਰ ਆਨੰਦ ਸੋ। ਹੁਣ ਇਹਨਾਂ ਸਾਰਿਆਂ ਨੇ ਵਿਉਂਤਬੰਦੀ ਬਣਾਈ। ਔਰੰਗਜ਼ੇਬ ਨੂੰ ਚਿੱਠੀਆਂ ਲਿਖ ਕੇ 22 ਧਾਰ ਦੇ ਰਾਜਿਆਂ ਨੇ ਫੌਜ ਮੰਗਵਾਈ, ਜਿਹਦੇ ਵਿੱਚ ਲਾਹੌਰ ਦਾ ਸੂਬਾ ਆਇਆ, ਇਸੇ ਤਰ੍ਹਾਂ ਸਰਹੰਦ ਦਾ ਸੂਬਾ ਵਜ਼ੀਰ ਖਾਂ ਆਇਆ। 22 ਧਾਰ ਦੇ ਸਾਰੇ ਰਾਜਿਆਂ ਦੀ ਫੌਜ ਇਕੱਠੀ ਹੋਈ ਤੇ ਅਨੰਦਪੁਰ ਸਾਹਿਬ ਨੂੰ 4 ਚੁਫੇਰਿਓਂ ਘੇਰਾ ਪਾ ਲਿਆ। ਕਹਿੰਦੇ ਵੀ ਮੈਦਾਨੀ ਜੰਗ ਕਰਕੇ ਤੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤ ਨਹੀਂ ਸਕੇ ਤੇ ਨਾ ਜਿੱਤ ਹੀ ਸਕਣਾ, ਇਸ ਕਰਕੇ ਘੇਰਾ ਪਾ ਕੇ ਬੈਠੇ ਰਹੋ
ਜਦੋਂ ਸਭ ਰਾਸ਼ਨ ਪਾਣੀ ਮੁੱਕ ਜਾਵੇਗਾ ਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਭੁੱਖ ਨਾਲ ਮਰ ਮੁੱਕ ਜਾਣਗੇ ਤੇ ਫਿਰ ਆਪਣੇ ਆਪ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਸਾਡੇ ਆਪਣੇ ਆਪ ਸਾਡੇ ਹਵਾਲੇ ਹੋ ਜਾਣਗੇ, ਗ੍ਰਿਫਤਾਰ ਕਰਾ ਲੈਣਗੇ ਆਪਣੇ ਆਪ। 2.5 ਕੋਸ ਦੂਰ ਰਹਿ ਘੇਰਾਪੁਰ ਆਨੰਦ ਸੋ। ਆਨੰਦਪੁਰ ਸਾਹਿਬ ਨੂੰ ਘੇਰਾ ਤੇ ਪਾਇਆ ਹੈ, ਪਰ 2.5 ਕੋਹਾਂ ਦੀ ਦੂਰੀ ਤੇ ਰਹਿ ਕੇ ਅੱਗੇ ਨਹੀਂ ਆਉਂਦੇ ਡਰਦੇ। ਐਸਾ ਤੇਜ ਪ੍ਰਤਾਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜੰਗ ਨਹਿ ਕਰ ਚਹਿ ਕਾਂਪਤ ਸਵਾਇਆ, ਤੇ ਬਹੁਤ ਕੰਬਦੇ ਆ, ਡਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇਜ ਪ੍ਰਤਾਪ ਤੋਂ। ਕਿਹੜਾ ਆਵੇ ਸਾਹਮਣੇ ਮਾਈ ਦਾ ਲਾਲ ਮਰਦਾ ਗਮੜੇ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਕੌਣ ਆਵੇ? ਕੋਈ ਵੀ ਅੱਗੇ ਨਹੀਂ ਵਧਣਾ ਚਾਹੁੰਦਾ। ਪੂਰਬ ਮੈਂ ਦਿੱਲੀ ਦਾਲ, ਦੱਖਣ ਵਜੀਦਾ ਫੌਜ। ਆਨੰਦਪੁਰ ਸਾਹਿਬ ਦੇ ਪੂਰਬ ਵਾਲੇ ਪਾਸੇ ਤੇ ਜਿਹੜੀ ਦਿੱਲੀ ਤੋਂ ਫੌਜ ਆਈ ਹੈ ਨਾ, ਬਾਦਸ਼ਾਹ ਦੀ ਭੇਜੀ ਹੋਈ, ਉਹਨਾਂ ਨੇ ਘੇਰਾ ਪਾਇਆ। ਦੱਖਣ ਵਾਲੇ ਪਾਸੇ ਵਜੀਦੇ ਦੀ ਫੌਜ ਹੈ, ਸਰਹੰਦ ਦੇ ਸੂਬੇ ਦੀ। ਪੱਛੋਂ ਮੈਂ ਲਾਹੌਰੀ ਸੂਬਾ ਘੇਰਾ ਰਹੇ ਪਾਇਆ, ਤੇ ਪੱਛੋਂ ਵਾਲੇ ਪਾਸੇ ਆਨੰਦਪੁਰ ਸਾਹਿਬ ਦੇ ਲਾਹੌਰੀ ਸੂਬਾ ਜਿਹੜਾ ਹੈ ਉਸ ਨੇ ਘੇਰਾ ਪਾਇਆ ਹੋਇਆ ਆਪਣੀ ਫੌਜ ਦੇ ਨਾਲ। ਪਹਾੜ ਮੇ ਪਹਾੜੀ ਰਹਿ ਰਾਜੇ ਬਾਈ ਧਾਰ ਕੰਪ, ਤੇ ਪਹਾੜ ਦੇ ਇਲਾਕੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਪਹਾੜ ਵਾਲੇ ਪਾਸੇ ਇਹ 22 ਧਾਰ ਦੇ ਪਹਾੜੀ ਰਾਜੇ ਜਿਹੜੇ ਘੇਰਾ ਪਾ ਕੇ ਬੈਠੇ ਆ, ਤੇ ਨਾਲੇ ਡਰਦੇ ਵੀ ਆ, ਕੰਬਦੇ ਵੀ ਆ, ਕਿਉਂਕਿ ਅੱਗੇ ਕਈ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵੇਖੇ ਇਹਨਾਂ ਨੇ, ਇਸ ਕਰਕੇ ਡਰਦੇ ਆ, ਕੰਬਦੇ ਆ। ਸਤਿਗੁਰੂ ਸਿੰਘ ਜਾਏ ਜੰਗ ਘੋਰ ਚਾਵਦੇ। ਸਤਿਗੁਰੂ ਜੀ ਦੇ ਸਿੰਘ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕਰਕੇ ਇਹਨਾਂ 8 ਮਹੀਨਿਆਂ ਦੇ ਵਿੱਚ ਕਈ ਵਾਰੀ ਜਾਂਦੇ ਆ ਤੇ ਜਾ ਕਰਕੇ ਮੁਕਾਬਲਾ ਕਰਦੇ ਇਹਨਾਂ ਦਾ, ਤੇ ਕਈਆਂ ਨੂੰ ਮੌਤ ਦੀ ਘਾਟ ਉਤਾਰ ਆਉਂਦੇ ਆ। ਤੁਰਕ ਪਹਾੜੀ ਕੋ ਸਾਹਮਣੇ ਨਾ ਮੂਲ ਆਵੇ। ਕੋਈ ਤੁਰਕਾਂ ਦੀ ਫੌਜ, ਕੋਈ ਪਹਾੜੀਆਂ ਦੀ ਫੌਜ ਸਾਹਮਣੇ ਨਹੀਂ ਆਉਂਦੀ, ਅੱਗੇ ਨਹੀਂ ਵੱਧਦੀ ਹੈ। 2.5 ਕੋਹ ਤੋਂ ਘੇਰਾ ਪਾ ਕੇ ਬੈਠੇ ਹੋਏ ਆ। ਸਿੰਘਣ ਕੋ ਹੱਲਾ ਪੇਖ ਭਾਜ ਸਭ ਜਾਵਦੇ। ਜਦੋਂ ਸਿੰਘ ਜਾ ਕੇ ਹੱਲਾ ਕਰਦੇ ਨਾ, ਤੇ ਸਿੰਘਾਂ ਦਾ ਹੱਲਾ ਵੇਖ ਕਰਕੇ ਸਾਰੇ ਭੱਜ ਜਾਂਦੇ, ਫਿਰ ਪਿਛਾਂ ਹੋ ਕੇ ਬੈਠ ਜਾਂਦੇ। ਸਤਿਗੁਰ ਤੀਰ ਮਾਰੇ ਸੂਬੇ 2.5 ਕੋਸ ਹਾਰੇ। ਸਤਿਗੁਰੂ ਜੀ ਨੇ ਵੀ ਤੀਰ ਚਲਾਏ, ਜਿਨ੍ਹਾਂ ਤੀਰਾਂ ਨੂੰ ਸੋਨਾ ਲੱਗਾ ਹੋਇਆ ਕਰਦਾ ਸੀ। ਨਿਰਵੈਰ ਸਤਿਗੁਰੂ, ਨਿਰਭਉ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਚਲਾਏ 2.5 ਕੋਹ ਤੇ ਜਾ ਕੇ ਲੱਗੇ। ਕਰਾਮਾਤ ਨਹੀਂ ਇਹ ਕਰਤਬ ਸੁਣਾਵਦੇ। ਆਖਿਆ ਇਹ ਕਰਾਮਾਤ ਨਹੀਂ, ਇਹ ਸਾਡਾ ਸ਼ਸਤਰ ਚਲਾਉਣ ਦਾ ਕਰਤਬ ਹੈ, ਅਭਿਆਸ ਹੈ। ਡਰ ਕੇ ਉਠਾਏ ਡੇਰੇ ਸੂਬੇ ਗਿਰ ਓਲੇ ਭਏ। ਮਹਾਰਾਜ ਦੇ ਤੀਰਾਂ ਤੋਂ ਡਰਦੇ ਲਾਹੌਰੀ ਸੂਬਾ, ਸਰਹੰਦ ਦਾ ਸੂਬਾ ਆਪਣੇ ਡੇਰੇ ਚੁੱਕ ਕੇ ਪਰਾਂ ਪਹਾੜ ਦੇ ਓਲੇ ਹੋ ਗਏ। ਸਤਿਗੁਰ ਝਾਲ ਕੌਣ ਝੱਲੇ ਸਭ ਗਾਵਦੇ। ਉਹਨਾਂ ਦੇ ਸਿਪਾਹੀ ਵੀ, ਉਹ ਵੀ ਗੁਰੂ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਝਾਲ ਕੌਣ ਝੱਲ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਐਸਾ ਤੇਜ ਤਪ, ਐਸਾ ਪ੍ਰਤਾਪ ਹੈ। ਤੁਰਕ ਪਚ ਹਾਰੇ ਜਬ ਕਈ ਲੱਖ ਮਾਰ ਦਿੱਤੇ। ਕਈ ਲੱਖ ਫੌਜਾਂ ਕਈ ਮਾਰ ਦਿੱਤੀਆਂ ਉੱਥੇ। ਇਸ ਸਮੇਂ ਦੇ ਵਿੱਚ ਕੋਈ ਥੋੜੀ ਬਹੁਤੀ ਉਹਨਾਂ ਦੀ ਫੌਜ ਥੋੜਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਮਾਰ ਦਿੱਤੀਆਂ ਇਹਨਾਂ 8 ਮਹੀਨਿਆਂ ਦੇ ਵਿੱਚ। ਪਹਾੜੀਆਂ ਕੋ ਗਰਦ ਮੇ ਖਾਲਸੇ ਮਿਲਾਇਆ। ਪਹਾੜੀਆਂ ਨੂੰ ਵੀ ਗਰਦ ਵਿੱਚ ਮਿਲਾ ਦਿੱਤਾ ਖਾਲਸੇ ਨੇ। ਸ਼ਾਹੀ ਬਹੁ ਫੌਜ ਮਰੀ ਔਰੰਗੇ ਨੂੰ ਚਿੰਤਾ ਪਰੀ। ਜਿਹੜੀ ਔਰੰਗਜ਼ੇਬ ਨੇ ਸ਼ਾਹੀ ਫੌਜ ਭੇਜੀ ਸੀ ਨਾ ਦਿੱਲੀੋਂ, ਬਾਦਸ਼ਾਹ ਦੀ ਭੇਜੀ ਫੌਜ ਨੂੰ ਸ਼ਾਹੀ ਫੌਜ ਕਹਿੰਦੇ ਸੀ। ਉਹ ਸ਼ਾਹੀ ਫੌਜ ਬਹੁਤੀ ਗਿਣਤੀ ਵਿੱਚ ਮਾਰੀ ਗਈ। ਔਰੰਗਜ਼ੇਬ ਨੂੰ ਚਿੰਤਾ ਪੈ ਗਈ ਵੀ ਇੰਨੀ ਫੌਜ ਮਾਰੀ ਗਈ, ਕਿਉਂਕਿ ਖਰਚਾ ਵੀ ਹੋ ਰਿਹਾ ਸੀ ਸਾਰਿਆਂ ਦਾ। ਇੰਨੇ ਸਿਪਾਹੀ ਜਿਹੜੇ 8 ਮਹੀਨੇ ਉੱਥੇ ਘੇਰਾ ਪਾ ਕੇ ਬੈਠੇ ਰਹਿਣਾ, ਕੋਈ 2-4 ਦਿਨਾਂ ਦਾ ਘੇਰਾ ਨਹੀਂ, 8 ਮਹੀਨਿਆਂ ਦਾ ਘੇਰਾ। ਤੰਗ ਉਹ ਵੀ ਆ ਗਏ ਘੇਰਾ ਪਾ ਕੇ ਬਹਿ ਕੇ। ਤੇ ਔਰੰਗਜ਼ੇਬ ਨੂੰ ਵੀ ਚਿੰਤਾ ਹੋ ਗਈ ਵੀ ਮੇਰੀ ਜਿਹੜੀ ਭੇਜੀ ਹੋਈ ਫੌਜ ਆ ਉਹ ਵੀ ਬਹੁਤ ਗਿਣਤੀ ਵਿੱਚ ਮਾਰੀ ਗਈ ਆ।
सतगुर अजीत मन जान शर्माया। भी हले ती गुरु गोबिंद सिंह महाराज नूं फड़ ही नहीं सकी मेरी फौज, इन्नी ज़्यादा फौज मारी गई। भी सतगुरु हुण तक अंदर अजीत ही बैठे आ। अजीत तो भाव वो जिते नहीं गए, अजित ही बैठे आ, असीं उन्हां नूं जित नहीं सके। अपने मन विच ये ख्याल करके ते शर्मिंदा होया वा दिल्ली दा बादशाह। सैयद कुरान सीस अल्लाह की सुगंध खाए। ते फिर सैयद नूं भेजिया कुरान शरीफ ते सैन करके, वो सिर दे उत्ते कुरान शरीफ रख के लिया। अल्लाह दी सुगंध खाधी है, कसम खाधी है। पैगंबर की आन में धोखा ना कमाया। कहंदा भी पैगंबर की कसम लगे। और औरंगजेब ने भी असीं तुहाडे नाल धोखा नहीं कमाउंदे, लिख के भेजिया सी भी तुसीं गुरु गोबिंद सिंह महाराज जी इधरले पासे आ करके मैनूं मिलो। तुसीं इथों आनंदपुर साहिब छड्ड करके आ जाओ ते दिल्ली वाल आके मैनूं मिलो। 22 धार राजे लिखत है आटे गऊ भेजी। ते 22 धार दे राजियां ने उन्होंने भी कसम लिख करके आटे की गां बना के अंदर भेजी। छड्डो जी आनंदपुर असीं शरण आया। कहंदे असीं महाराज तुहाडी शरण विच आ, तुसीं एक वारी आनंदपुर साहिब छड्ड दिओ। कैसियां चालां हुंदियां इन्हां लोकां दीयां। हुण आनंदपुर साहिब महाराज साहिब जी दे पिता जी ने नगर वसाया। गुरु गोबिंद सिंह महाराज दा अपना नगर आनंदपुर साहिब, अपने घरे बैठे आ ते कहंदे आनंदपुर साहिब छड्ड दिओ। कहंदे असीं तुहाडी शरण विच आ। चलाकियां जिन्हां नूं महाराज ने जफरनामे च लिखिया भी औरंगजेब तेरियां ये लूंबड़ चालां, तेरियां ये चलाकियां, तू एक चलाक कां दी तरह है। पर महाराज कहंदे मेरा तू कुछ नहीं बिगाड़ सकिया। गरीब नवाज सच्चे पातशाह ये आनंदपुर साहिब तुसीं छड्ड जाओ। 22 धार दे राजे कहंदे आ, कहंदे सानू गां दी कसम लगे। गां नूं माता मनदे ना, गां दी पूजा करदे, गऊ माता। कहंदे सानू गां दी कसम लगे। इसे तरह औरंगजेब भी कसमां खांदा। दोजक दी आग पर जे असीं हल्ला करै। ये 22 धार दे राजे कहंदे महाराज इन्ना समा हो गया घेरा पा के बैठिया, क्योंकि चाल हुंदी इन्हां लोकां दी, जालम लोकां दी। ये भैड़ी नीति वाले जिन्हों राजनीत कह दिंदे आ, ये भैड़ी नीति वाले लोकां दी चाल हुंदी है। कुटल नीति जिन्हों राजनीति का नाम दिता, कुटल नीति, खोटी नीति। एक हुंदी धर्म नीति, पर यह राजनीति भी राज करना है, दूसरे नूं दबाउणा है, किसी तरीके दे नाल दबाया जावे। शाम दाम डंड भेद ये सारे तरीके हुंदे। लालच दे के इसे तरह जां कहना भी असीं तुहाडी शरण विच आ, जां भेद पा के आपस विच ही लड़ा झगड़ा के, ये सारे तरीके, जां डंड देना। कहन लगे भी असीं बादशाह नूं मूँह विखाउण जोगे हो जाइए भी तुसीं इन्ने चिर दे घेरा पा के बैठे हो, तुहाडे कोलों आनंदपुर साहिब नहीं छड़ाया गया, किला नहीं खाली करवाया गया। कसमां खाधियां। औरंगजेब ने आप भी कसम खाधी है ते इन्हां ने भी कसमां खाधियां। कहंदे असीं दोजक दी अग विच, नरकां दी अग विच पै के सड़ीए जे असीं तुहाडे ते हल्ला करांगे। पर सतगुरु जी एक वारी तुसीं आनंदपुर साहिब आनंदगढ़ दा किला खाली कर दिओ, असीं बादशाह नूं मूँह विखाउण जोगे हो जाइए भी असीं गुरु गोबिंद सिंह जी तो किला खाली करवा लिया, आनंदपुर साहिब छडवा लिया। ते बादशाह भी कसमां खाई जांदा, जी मैं तुहानूं कुछ नहीं आखांगा, तुसीं इधर आ जाओ, मेरी फौज कुछ नहीं आखेगी।
ਗਊ ਕੋ ਕਤਲ ਦੋਸ਼ ਲਾਗੇ ਸਭ ਆਇਆ। ਜੇ ਅਸੀਂ ਤੁਹਾਡੇ ਤੇ ਹਮਲਾ ਕਰੀਏ ਤੇ ਸਾਨੂੰ ਗਾਂ ਕਤਲ ਕਰਨ ਦਾ ਦੋਸ਼ ਲੱਗੇ, ਜਿਨ੍ਹਾਂ ਗਾਂ ਨੂੰ ਮਾਰਨ ਦਾ ਦੋਸ਼ ਲੱਗਦਾ। ਸਤਿਗੁਰ ਝੂਠੇ ਜਾਣ ਕੀਆ ਇਤਬਾਰ ਨਾਹੀਂ। ਹੁਣ ਮਹਾਰਾਜ ਤੇ ਅੰਤਰਜਾਮੀ ਆ। ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇਹਨਾਂ ਨੂੰ ਝੂਠੇ ਜਾਣ ਕਰਕੇ ਇਹਨਾਂ ਤੇ ਇਤਬਾਰ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਇਹਨਾਂ ਦੇ ਆਟੇ ਦੀ ਗਾਂ ਤੇ ਇਤਬਾਰ ਨਾ ਕਰੋ। ਇਹਨਾਂ ਦੇ ਕੁਰਾਨ ਤੇ ਇਹ ਲਿਖ ਕੇ ਭੇਜੀ ਜਿਹੜੇ ਇਹਨਾਂ ਨੇ ਕਸਮ, ਇਹਦੇ ਤੇ ਇਤਬਾਰ ਨਾ ਕਰੋ। ਇਹ ਝੂਠੇ ਲੋਕ ਹਨ। ਸਤਿਗੁਰ ਝੂਠੇ ਜਾਣ ਕੀਆ ਇਤਬਾਰ ਨਾਹੀਂ। ਤੁਰਕ ਪਹਾੜੀ ਦੀਨ ਧਰਮ ਨਾ ਕਾਇਆ। ਮਾਰੇ ਕਹਿੰਦੇ ਇਹਨਾਂ ਤੁਰਕਾਂ ਦਾ, ਇਹਨਾਂ ਪਹਾੜੀਆਂ ਦਾ ਕੋਈ ਦੀਨ ਧਰਮ ਨਹੀਂ ਹੈ। ਇਹ ਕੋਈ ਧਰਮ ਵਿੱਚ ਰਹਿਣ ਵਾਲੇ ਲੋਕ ਨਹੀਂ। ਉਂਝ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿਸੇ ਵੀ ਮਤ ਨਾਲ, ਕਿਸੇ ਵੀ ਧਰਮ ਨਾਲ ਕੋਈ ਵੈਰ ਨਹੀਂ ਹੈ। ਕਿੰਨੇ ਹਿੰਦੂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸ਼ਰਧਾਲੂ ਹੋਏ ਆ, ਤੇ ਕਿੰਨੇ ਮੁਸਲਮਾਨ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸ਼ਰਧਾਲੂ ਹੋਏ ਆ। ਪਹਿਲੇ ਗੁਰੂ ਸਾਹਿਬਾਂ ਦੇ ਵੀ ਸ਼ਰਧਾਲੂ ਹੋਏ ਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਸਤਿਗੁਰੂ ਹਨ। ਗੁਰੂ ਘਰ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਹੈ। ਜੋ ਕਸ਼ਮੀਰ ਦੇ ਪੰਡਤ ਆਏ ਸੀ ਉਹ ਵੀ ਤਾਂ ਹਿੰਦੂ ਹੀ ਸਨ ਨਾ, ਜਿਨ੍ਹਾਂ ਦੇ ਵਾਸਤੇ ਆਪਣੇ ਪਿਤਾ ਜੀ ਕੁਰਬਾਨ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ। ਤੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਦਾ ਸਦਕਾ ਜੋ ਉਹਨਾਂ ਕਸ਼ਮੀਰੀ ਪੰਡਤਾਂ ਦਾ ਆਗੂ ਬਣ ਕੇ ਆਇਆ ਸੀ ਨਾ, ਕਿਰਪਾ ਰਾਮ ਪੰਡਤ, ਉਹ ਫਿਰ ਅਨੰਦਪੁਰ ਸਾਹਿਬ ਆ ਕੇ ਕਿਰਪਾ ਸਿੰਘ ਬਣ ਗਿਆ ਸੀ ਅੰਮ੍ਰਿਤ ਛਕ ਕੇ। ਉਹ ਵੀ ਗੁਰੂ ਸਾਹਿਬ ਜੀ ਕੀ ਖਾਲਸਾ ਫੌਜ ਵਿੱਚ ਭਰਤੀ ਹੋ ਕਰਕੇ ਉਹਨੇ ਵੀ ਸ਼ਹਾਦਤ ਪ੍ਰਾਪਤ ਕੀਤੀ ਹੈ। ਤੇ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਹੈ, ਜਿਨ੍ਹੇ ਆਪਣੇ 2 ਭਰਾ, ਆਪਣੇ 4 ਪੁੱਤਰ ਤੇ ਆਪਣੇ 700 ਮੁਰੀਦ ਭੰਗਾਣੀ ਦੇ ਯੁੱਧ ਵਿੱਚ ਨਾਲ ਲੈ ਕੇ ਉਹ ਗਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਜਿਹੜੀ ਵਿਰੋਧੀ ਫੌਜ ਸੀ ਉਹਦੇ ਨਾਲ ਜਾ ਕੇ ਮੁਕਾਬਲਾ ਕੀਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਦੇ ਵਿੱਚ ਪਹੁੰਚਿਆ ਸੀ। ਜਦੋਂ ਉਹਨੂੰ ਪਤਾ ਲੱਗਾ ਸੀ ਵੀ ਮੇਰੇ ਰਖਾਏ ਹੋਏ ਜਿਹੜੇ ਨੌਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ 500 ਪਠਾਨ, ਉਹਦੇ ਵਿੱਚੋਂ ਸਿਰਫ ਕਾਲੇ ਖਾਂ ਰਹਿ ਗਿਆ ਤੇ ਬਾਕੀ ਜਿਹੜੇ ਆ 4 ਜਰਨੈਲ ਤੇ ਬਾਕੀ ਫੌਜ ਉਹ ਭੱਜ ਗਈ। ਤੇ ਉਹ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਸੀ। ਪੀਰ ਭੀਖਣ ਸ਼ਾਹ ਵੀ ਤਾਂ ਮੁਸਲਮਾਨ ਸੀ, ਜਿਹਨੇ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕੀਤੇ। ਇੱਥੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਜਿਹੜਾ ਪਟਨਾ ਸਾਹਿਬ ਜਾ ਕੇ ਜਿਹਨੇ ਦਰਸ਼ਨ ਕੀਤੇ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੈਰ ਨਾ ਹਿੰਦੂਆਂ ਨਾਲ, ਨਾ ਮੁਸਲਮਾਨਾਂ ਨਾਲ, ਨਾ ਹੋਰ ਕਿਸੇ ਨਾਲ। ਕਿਉਂਕਿ ਜਿਹੜੇ ਜ਼ੁਲਮ ਕਰਦੇ ਆ, ਉਹ ਜ਼ੁਲਮ ਨੂੰ ਰੋਕਣ ਵਾਸਤੇ ਸਤਿਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਵੀ ਸ਼ਹੀਦ ਕਰਵਾਇਆ ਤੇ ਆਪ ਸ਼ਸਤਰ ਚੁੱਕੇ, ਹਥਿਆਰ ਚੁੱਕੇ ਜ਼ੁਲਮ ਨੂੰ ਰੋਕਣ ਵਾਸਤੇ। ਜ਼ਾਲਮ ਨੂੰ ਸੋਧਦੇ ਆ। ਤੇ ਮਹਾਰਾਜ ਕਹਿਣ ਲੱਗੇ ਕਸਮਾਂ ਖਾਣ ਵਾਲੇ ਲੋਕ, ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ। ਜਿਨ੍ਹਾਂ ਨੇ ਕਸਮਾਂ ਲਿਖ ਕੇ ਭੇਜੀਆਂ ਉਹਨਾਂ ਵਾਸਤੇ ਕਹਿ ਰਹੇ ਵੀ ਉਹ ਰੰਗਜੇਬ ਵੀ ਇਹਨੇ ਧਰਮ ਦਾ ਚੋਲਾ ਪਾਇਆ ਹੋਇਆ ਵੀ ਧਰਮੀ ਨਹੀਂ ਹੈ, ਤੇ 22 ਧਾਰ ਦੇ ਰਾਜੇ ਵੀ ਧਰਮੀ ਨਹੀਂ ਹਨ। ਸਤਿਗੁਰ ਝੂਠੇ ਜਾਣ ਕੀਆ ਇਤਬਾਰ ਨਾਹੀਂ। ਤੁਰਕ ਪਹਾੜੀ ਦੀਨ ਧਰਮ ਨਾ ਕਾਇਆ। ਖਾਲਸੇ ਨੂੰ ਧੀਰ ਦੇ ਕੂੜਾ ਗੁੱਦੜ ਗਾਉਣ ਭਰੇ। ਕਾਇਰਾਂ ਦੀ ਸਹੁੰ ਝੂਠੀ ਕਰਕੇ ਦਿਖਾਇਆ। ਖਾਲਸਾ ਕਹਿਣ ਲੱਗਾ ਕਿਉਂਕਿ ਭੁੱਖ ਦਾ ਦੁੱਖ ਬੜਾ ਵੱਡਾ, ਭੁੱਖ ਦਾ ਦੁੱਖ ਬੜਾ ਵੱਡਾ। ਖਾਲਸੇ ਨੇ ਆਖਿਆ ਮਾਰੇ ਹੁਣ ਤੇ ਕਸਮਾਂ ਖਾ ਰਹੇ ਆ, 8 ਮਹੀਨਿਆਂ ਦੇ ਅੰਦਰ ਬੈਠੇ ਆ, ਰਾਸ਼ਨ ਪਾਣੀ ਵੀ ਮੁੱਕ ਗਿਆ। ਤੇ ਫਿਰ ਜੋ ਕੂੜਾ ਕਰਕਟ ਸੀ, ਟੁੱਟੀਆਂ ਕਾਠੀਆਂ, ਘੋੜੇ ਦੀਆਂ ਲਿੱਦਾਂ, ਹੋਰ ਬਸਤਰ ਆਦਿਕ ਗੱਡਿਆਂ ਤੇ ਭਰ ਕੇ ਤੇ ਉਹ ਗੱਡੇ ਤੋਰੇ ਸਨ ਜਦੋਂ, ਤੇ ਇਹ ਲੁੱਟਣ ਪੈ ਗਏ ਸੀ ਸਾਰੇ। ਮਹਾਰਾਜ ਨੇ ਝੂਠੇ ਕਰਕੇ ਵਿਖਾਇਆ ਵੀ ਆ ਇਹਨਾਂ ਦੀਆਂ ਕਸਮਾਂ ਕਿ ਜਿਹੜੇ ਲੁੱਟਣ ਪੈ ਗਏ ਆ। ਝੂਠੇ ਕਰਕੇ ਵਿਖਾ ਦਿੱਤਾ ਸੀ ਵੀ ਇਹ ਝੂਠੇ ਲੋਕ ਹਨ, ਇਹਨਾਂ ਤੇ ਇਤਬਾਰ ਨਾ ਕਰੋ। ਸੋ ਬਾਕੀ ਦਾ ਇਤਿਹਾਸ ਅੱਗੇ ਵਿਚਾਰਾਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।